ਸ਼ਬਦ ਦੀ ਆਪਾਂ ਵਿਆਖਿਆ ਸਰਵਣ ਕਰਨੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪੰਚਮ ਪਾਤਸ਼ਾਹ ਅੰਗ 740 ਦੇ ਉੱਪਰ ਸੁਭਾਏਮਾਨ ਇਹ ਸ਼ਬਦ ਸਤਿਗੁਰੂ ਜੀ ਫੁਰਮਾਨ ਕਰਦੇ ਹਨ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਸਤਿਗੁਰਾਂ ਦਾ ਪਾਵਨ ਪਵਿੱਤਰ ਬਚਨ ਹੈ ਕਿ ਅਨੇਕਾਂ ਮਨੁੱਖ ਆਪਣੇ ਆਪ ਨੂੰ ਦੈਵੀ ਮਨੁੱਖ ਦੇਵਤੇ ਅਖਵਾਉਣ ਵਾਲੇ, ਕੋਈ ਵੀ ਇੱਥੇ ਸਦਾ ਲਈ ਟਿਕੇ ਰਹਿਣ ਵਾਲਾ ਨਹੀਂ, ਕਿਉਂਕਿ ਇਹ ਸੰਸਾਰ ਚੱਲਣ ਆ ਰਿਹਾ। ਕੋਈ ਬਹੁਤ ਵਿਦਿਆ ਦਾ ਮਾਹਰ ਬਣ ਜਾਵੇ, ਕੋਈ ਬਹੁਤ ਧਨਾੜ ਬਣ ਜਾਵੇ, ਕੋਈ ਬਹੁਤ ਰਿੱਧੀਆਂ ਸਿੱਧੀਆਂ ਕਰਾਮਾਤਾਂ ਇਕੱਠੀਆਂ ਕਰ ਲਵੇ, ਪਰ ਕਹਿਣ ਲੱਗੇ ਕਿ ਚੇਤੇ ਰੱਖਣਾ ਇਹ ਸੰਸਾਰ ਤੇ ਹਮੇਸ਼ਾ ਵਾਸਤੇ ਕਿਸੇ ਨੇ ਨਹੀਂ ਰਹਿਣਾ। ਰਹਿਣ ਨਾ ਪਾਵੈ ਸੁਰ ਨਰ ਦੇਵਾ। ਸੁਰ ਨਰ ਦੇਵਤੇ ਇਹਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਅਖਵਾਉਣ ਵਾਲੇ ਦੈਵੀ ਮਨੁੱਖ, ਉਹਨਾਂ ਨੂੰ ਵੀ ਇੱਥੇ ਰਹਿਣ ਨੂੰ ਨਹੀਂ ਮਿਲਿਆ। ਤੇ ਅਗਲਾ ਬਚਨ ਹੈ ਊਠ ਸਿਧਾਰੇ। ਊਠ ਸਿਧਾਰੇ ਦਾ ਮਤਲਬ ਹੈ ਕਿ ਉੱਠ ਕੇ ਤੁਰ ਪਏ। ਕਰ ਮੁਨ ਜਨ ਸੇਵਾ, ਕਹਿਣ ਲੱਗੇ ਅਨੇਕਾਂ ਆਪਣੇ ਆਪ ਨੂੰ ਰਿਸ਼ੀ ਮੁਨੀ ਅਖਵਾ ਗਏ, ਅਨੇਕਾਂ ਹੀ ਉਹਨਾਂ ਦੀ ਸੇਵਾ ਕਰ ਕਰਕੇ ਉਹਨਾਂ ਦੇ ਭਗਤ, ਉਹਨਾਂ ਦੇ ਚੇਲੇ, ਉਹਨਾਂ ਦੇ ਅਨੁਯਾਈ ਬਣ ਗਏ। ਜਗਤ ਤੋਂ ਆਖਰ ਆਪੋ ਆਪਣੇ ਵਾਰੀ ਗੁਰੂ ਵੀ ਚਲੇ ਗਏ ਤੇ ਚੇਲੇ ਵੀ ਚਲੇ ਗਏ, ਕੋਈ ਨਹੀਂ ਜਿਰਿਆ। ਤੇ ਅਗਲਾ ਬਚਨ ਹੈ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਹੁਣ ਜੀਵਨ ਨੂੰ ਕੌਣ ਜਿਉਂਦਾ ਹੈ? ਜੀਵਨ ਤਪੇਖ ਹੈ, ਜੀ ਕੇ ਕੌਣ ਦੇਖਦਾ ਹੈ? ਜੀਵਨ ਕਿਸ ਦਾ ਹੈ? ਆਵਣ ਜਾਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਚਲੋ ਇਹ ਤਾਂ ਆਪਾਂ ਨੂੰ ਸਭ ਨੂੰ ਗੁਰਬਾਣੀ ਬਾਰ-ਬਾਰ ਪ੍ਰੇਰਨਾ ਦਿੰਦੀ ਹੈ, ਦੱਸਦੀ ਹੈ ਕਿ ਜੀਵਨ ਆਉਣਾ ਤੇ ਜਾਣਾ, ਇਹ ਦੋ ਚੀਜ਼ਾਂ ਅਟੱਲ ਨੇ। ਸਤਿਗੁਰੂ ਜੀ ਫੁਰਮਾਨ ਕਰਦੇ ਨੇ ਇਸ ਦਰਮਿਆਨ ਜਿੰਨਾ ਸਮਾਂ ਤੂੰ ਇਸ ਸੰਸਾਰ ਤੇ ਰਹਿਣਾ ਹੈ, ਜਿਤਨਾ ਤੈਨੂੰ ਜੀਵਨ ਮਿਲਿਆ ਉਹ ਤੇਰਾ ਕਿਵੇਂ ਦਾ ਹੋਣਾ ਚਾਹੀਦਾ ਹੈ। ਜੀਵਤ ਪੇਖੈ ਜਿਨੀ ਹਰ ਹਰ ਧਿਆਇਆ। ਜਿਨ੍ਹਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ, ਆਤਮਿਕ ਜੀਵਨ ਵਾਲੇ, ਸਫਲ ਜੀਵਨ ਵਾਲੇ ਸਿਰਫ ਉਹੀ ਅਖਵਾਏ ਜਾਂਦੇ ਨੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਸਿਮਰਨ ਹੈ। ਅਗਲਾ ਬਚਨ ਹੈ ਸਾਧ ਸੰਗ ਤਿੰਨੀ ਦਰਸ਼ਨ ਪਾਇਆ। ਕਹਿਣ ਲੱਗੇ ਉਹਨਾਂ ਨੇ ਹੀ ਸਾਧ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਦਰਸ਼ਨ ਕੀਤਾ ਹੈ। ਜੋ ਮਨੁੱਖ ਆਪਣੇ ਜਿਉਂਦੇ ਜੀ ਉਸ ਪਰਮਾਤਮਾ ਦਾ ਸਿਮਰਨ ਕਰਕੇ ਜੁੜ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ, ਤੇ ਸਾਧ ਸੰਗਤ ਵਿੱਚੋਂ ਵੀ ਉਹਨਾਂ ਨੂੰ ਹੀ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ। ਮਨਮੁਖ ਨੂੰ ਤੇ ਗੁਰੂ ਘਰ ਦੇ ਵਿੱਚ ਵੀ ਆਈ ਹੋਈ ਉਹ ਵੀ ਭੀੜ ਲੱਗਦੀ ਹੈ। ਉਹ ਕਹੇਗਾ ਕਿ ਬਹੁਤ ਇਕੱਠ ਸੀ, ਬਹੁਤ ਰਸ਼ ਸੀ, ਬੜੀ ਭੀੜ ਸੀ, ਪਰ ਚੇਤੇ ਰੱਖਣਾ ਜਿਹੜਾ ਗੁਰਮੁਖ ਹੈ ਉਹ ਕਹੇਗਾ ਸਤਸੰਗ ਸੀ, ਉੱਥੇ ਬੜੀ ਸੰਗਤ ਸੀ। ਚੇਤੇ ਰੱਖਣਾ ਸੰਗਤ ਤੇ ਭੀੜ ਦੇ ਵਿੱਚ ਬਹੁਤ ਫਰਕ ਹੈ। ਸੰਗਤ ਦਾ ਮਤਲਬ ਹੈ ਸਤ ਸੰਗ, ਜਿੱਥੇ ਕੇਵਲ ਪ੍ਰਭੂ ਦੀ ਭਗਤੀ, ਭਜਨ, ਬੰਦਗੀ ਤੇ ਇੱਕ ਗੁਰ ਉਪਦੇਸ਼ ਤੇ ਜੀਣ ਵਾਲੇ ਲੋਕ ਇਕੱਠੇ ਹੋਣ, ਗੁਰੂ ਦੀ ਵਿਚਾਰ ਚਰਚਾ ਵਾਸਤੇ ਇਕੱਠੇ ਹੋਣ, ਸੱਚ ਦੀ ਗੱਲ ਕਰਨ ਵਾਸਤੇ ਇਕੱਠੇ ਹੋਣ, ਉਹਨੂੰ ਕਹਿੰਦੇ ਨੇ ਸੰਗਤ। ਲੇਕਿਨ ਜਿੱਥੇ ਆਪੋ ਆਪਣੀਆਂ ਬਿਰਤੀਆਂ ਨੂੰ ਲੋਕ ਇਕੱਠੇ ਹੋ ਜਾਣ ਉਹ ਫਿਰ ਸੰਗਤ ਨਹੀਂ, ਉਹਨੂੰ ਕਹਿੰਦੇ ਆ ਭੀੜ। ਫੁਰਮਾਨ ਕਰਦੇ ਨੇ ਸਾਧ ਸੰਗ ਤਿੰਨੀ ਦਰਸ਼ਨ ਪਾਇਆ। ਉਹਨਾਂ ਨੇ ਹੀ ਫਿਰ ਸੰਗਤ ਵਿੱਚ ਰਹਿ ਕੇ ਇਸ ਦਰਸ਼ਨ ਨੂੰ ਪ੍ਰਾਪਤ ਕੀਤੇ। ਤੇ ਅਗਲਾ ਬਚਨ ਇਹ ਰਹਾਉ ਦੀਆਂ ਪੰਕਤੀਆਂ ਸਨ। ਪੰਚਮ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਬਾਦਸ਼ਾਹ ਸ਼ਾਹ ਵਾਪਾਰੀ ਮਰਨਾ, ਜੋ ਦਿਸੈ ਸੋ ਕਾਲੈ ਖਰਨਾ। ਫੁਰਮਾਨ ਕਰਦੇ ਹਨ ਬਾਦਸ਼ਾਹ, ਚਾਹੇ ਤਾਂ ਬਾਦਸ਼ਾਹ ਹੈ ਇਸ ਧਰਤੀ ਤੇ, ਕੋਈ ਆਖੇ ਵੀ ਮੇਰਾ ਬੜਾ ਦੂਰ ਤੱਕ ਰਾਜ ਹੈ। ਸ਼ਾਹ, ਸ਼ਾਹ ਦਾ ਮਤਲਬ ਹੈ ਕਿ ਬਹੁਤ ਵੱਡਾ ਧਨਾੜ। ਵਪਾਰੀ, ਵਪਾਰੀ ਦਾ ਮਤਲਬ ਵਣਜ ਕਰਨ ਵਾਲਾ। ਕਹਿਣ ਲੱਗੇ ਚੇਤੇ ਰੱਖਣਾ ਬਾਦਸ਼ਾਹ, ਸ਼ਾਹ, ਵਪਾਰੀ ਮਰਨਾ।
ਇੱਕ ਦਿਨ ਸਭ ਨੇ ਇੱਥੋਂ ਮਰ ਕੇ ਚਲੇ ਜਾਣਾ। ਜੋ ਦਿਸੈ, ਜੋ ਕੁਝ ਵੀ ਦਿਖਾਈ ਦੇ ਰਿਹਾ ਇੱਥੇ ਦਿਸ ਰਿਹਾ ਹੈ, ਸੋ ਕਾਲੈ ਖਰਨਾ, ਉਸ ਨੂੰ ਕਾਲ ਨੇ ਆਪਣੇ ਆਪ ਨਾਲ ਲੈ ਜਾਣਾ। ਇਹ ਖਰਨਾ ਸ਼ਬਦ ਹੈ, ਜਿਵੇਂ ਆਮ ਭਾਸ਼ਾ ਦੇ ਵਿੱਚ ਲੈ ਜਾਣਾ, ਇਸ ਨੂੰ ਆਪਾਂ ਕਹਿੰਦੇ ਨੇ ਖੜਨਾ, ਵੀ ਉੱਥੇ ਇਸ ਨੂੰ ਖੜਨਾ ਸ਼ਬਦ ਆਉਂਦਾ ਹੈ, ਵੀ ਇਸ ਨੂੰ, ਇਸ ਚੀਜ਼ ਨੂੰ ਲੈ ਜਾਓ, ਉੱਥੇ ਲੈ ਖੜੋ। ਇਹ ਫਰਮਾਨ ਹੈ ਕਿ ਜੋ ਕੁਝ ਵੀ ਦਿਖਾਈ ਦੇ ਰਿਹਾ ਉਸ ਨੂੰ ਕਾਲ ਨੇ ਆਪਣੇ ਨਾਲ ਲੈ ਜਾਣਾ। ਕੂੜਾ ਮੋਹ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਹਿਣ ਲੱਗੇ ਮਨੁੱਖ ਝੂਠੇ ਮੋਹ ਵਿੱਚ ਸਦਾ ਫਸਿਆ ਰਹਿੰਦਾ, ਨਿਕਲ ਨਹੀਂ ਜਾਂਦਾ। ਜਿਵੇਂ ਨਾ ਸ਼ਹਿਦ ਦੀ ਕੋਈ ਬੂੰਦ ਡਿੱਗ ਜੇ ਨਾ, ਆਮ ਘਰਾਂ ਦੇ ਵਿੱਚ ਸ਼ਹਿਦ ਹੈ, ਕੋਈ ਬੂੰਦ ਫਰਸ਼ ਤੇ ਡਿੱਗ ਜਾਏ, ਉਸ ਤੇ ਆਣ ਕੇ ਮੱਖੀ ਜਦੋਂ ਸ਼ਹਿਦ ਤੇ ਬਹਿੰਦੀ ਹੈ, ਉਹ ਫਿਰ ਉਹ ਨਿਕਲ ਨਹੀਂ ਸਕਦੀ, ਕਿਉਂਕਿ ਉਸ ਦੇ ਪੰਖ ਖੰਭਾਂ ਨੂੰ ਉਹਦਾ ਸ਼ਹਿਦ ਲੱਗ ਜਾਂਦਾ, ਉਹਦੇ ਤੋਂ ਉੱਡਿਆ ਨਹੀਂ ਜਾਂਦਾ। ਲੇਕਿਨ ਫਿਰ ਵੀ ਉਹ ਮੱਖੀ ਉਸ ਸ਼ਹਿਦ ਨੂੰ ਛੱਡ ਨਹੀਂ ਸਕਦੀ, ਉਹ ਸ਼ਹਿਦ ਦੇ ਉੱਤੇ ਆਣ ਕੇ ਬੈਠੇਗੀ ਹੀ ਬੈਠੇਗੀ। ਪਤਾ ਹੈ ਕਿ ਇਹਦੇ ਵਿੱਚ ਬੈਠ ਕੇ ਮੈਂ ਬਾਅਦ ਵਿੱਚ ਉੱਡ ਨਹੀਂ ਸਕਾਂਗੀ, ਮੈਂ ਮਾਰੀ ਜਾਵਾਂਗੀ। ਲੇਕਿਨ ਸ਼ਹਿਦ ਦਾ ਉਸ ਨੂੰ ਲਾਲਚ ਇੰਨਾ ਵੱਡਾ ਹੈ, ਆਪਣੇ ਆਪ ਨੂੰ ਵੀ ਉਹਦੇ ਵਿੱਚ ਸੱਟ ਦਿੰਦੀ ਹੈ। ਕੂੜਾ ਮੋਹ ਲਪਟ ਲਪਟਾਨਾ, ਕਹਿਣ ਲੱਗੇ ਕੂੜੇ ਝੂਠੇ ਮੂੰਹ ਦੇ ਵਿੱਚ, ਸੰਸਾਰਿਕ ਪਦਾਰਥਾਂ ਦੇ ਝੂਠੇ ਮੋਹ ਦੇ ਵਿੱਚ ਇੰਨਾ ਲਿਪਟਿਆ ਪਿਆ, ਖਚਤ ਹੋਇਆ ਪਿਆ, ਛੋੜ ਚੱਲਿਆ। ਪਰ ਜਦੋਂ ਦੁਨੀਆ ਦੇ ਇਹ ਪਦਾਰਥਾਂ ਨੂੰ ਇਹ ਛੱਡ ਕੇ ਤੁਰਦਾ ਹੈ ਤਾਂ ਫਿਰ ਪਛਤਾਨਾ, ਫਿਰ ਇਸ ਨੂੰ ਪਛਤਾਵਾ ਮਿਲਦਾ ਹੈ, ਫਿਰ ਪਛਤਾਉਂਦਾ ਕਿ ਮੈਂ ਇੰਨਾ ਕੁਝ ਬਣਾਇਆ, ਉਹਦਾ ਫਾਇਦਾ ਕੀ ਪਿਆ। ਤੇ ਸਾਰਾ ਕੁਝ ਇਹ ਹੈ ਤੇ ਮੈਂ ਉਸ ਦੇ ਵਿੱਚੋਂ ਕੁਝ ਟਾਈਮ ਜੇ ਨਾਮ ਹੀ ਜਪ ਲੈਂਦਾ, ਕੁਝ ਟਾਈਮ ਸਫਲ ਹੀ ਕਰ ਲੈਂਦਾ, ਪਰ ਉਸ ਟਾਈਮ ਕੁਝ ਹੋ ਨਹੀਂ ਸਕੇਗਾ। ਕਿਉਂਕਿ ਜਦੋਂ ਕਾਲ ਸਰਾਣੇ ਤੇ ਆ ਕੇ ਖੜ ਜਾਂਦੇ ਨਾ, ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਜਦੋਂ ਅਖੀਰ ਟਾਈਮ ਆਉਂਦੇ ਨਾ, ਫਿਰ ਉਸ ਦਾ ਭਜਨ ਕਰਨਾ ਔਖਾ ਹੁੰਦਾ ਹੈ। ਫਰਮਾਨ ਕਰਦੇ ਨੇ ਛੋੜ ਚੱਲਿਆ ਤਾਂ ਫਿਰ ਪਛਤਾਨਾ, ਕਿਰਪਾ ਨਿਦਾਨ ਨਾਨਕ ਕੋ ਕਰੋ ਦਾਤ। ਵੇਖੋ ਇੱਥੇ ਵਿਸ਼ਰਾਮ ਹੈ, ਕਿਰਪਾ ਨਿਦਾਨ, ਇੱਥੇ ਵਿਸ਼ਰਾਮ। ਇਹਦਾ ਮਤਲਬ ਹੈ ਹੇ ਕਿਰਪਾ ਦੇ ਖਜ਼ਾਨੇ, ਨਿਦਾਨ ਦਾ ਮਤਲਬ ਹੁੰਦਾ ਖਜ਼ਾਨਾ। ਹੇ ਕਿਰਪਾ ਦੇ ਖਜ਼ਾਨੇ, ਦਇਆ ਦੇ ਸਾਗਰ, ਮਿਹਰਾਂ ਦੇ ਸਾਗਰ, ਕਿਰਪਾਲੂ ਪਾਤਸ਼ਾਹ, ਨਾਨਕ ਕੋ ਕਰੋ ਦਾਤ। ਕਹਿਣ ਲੱਗੇ ਮੇਰੇ ਸੇਵਕ ਤੇ ਵੀ ਇੱਕ ਕਿਰਪਾ ਕਰਕੇ ਇੱਕ ਦਾਤ ਬਖਸ਼ ਦੇ, ਮੈਨੂੰ ਵੀ ਇੱਕ ਦਾਤ ਬਖਸ਼ ਦੇ। ਮੈਂ ਜਿਹੜਾ ਇਹ ਜੀਵਨ ਜਿਤਨਾ ਸਮਾਂ ਮਿਲਿਆ, ਇੱਕ ਓਲੇ ਦੀ ਗੱਲ ਹੈ, ਕੋਈ ਪਤਾ ਨਹੀਂ ਕਿ ਕੋਈ ਕਿਸੇ ਨੇ ਕਿਤਨਾ ਸਮਾਂ ਹਜੇ ਹੋਰ ਇੱਥੇ ਰਹਿਣਾ ਹੈ। ਇਹ ਇੱਕ ਬਿਲਕੁਲ ਓਲੇ ਦੀ ਗੱਲ ਹੈ, ਨਾ ਇੱਥੇ ਕੋਈ ਉਮਰ ਦਾ ਪਤਾ ਹੈ, ਨਾ ਕੋਈ ਕਿਸੇ ਢਿੱਲ ਮੱਠ ਦਾ। ਕਈ ਵਾਰੀ ਬੜਾ ਬਿਮਾਰ ਬੰਦਾ ਮੰਜੇ ਤੇ ਉਹ ਜਿਉਂਦਾ ਪਿਆ ਹੁੰਦਾ ਹੈ, ਤੰਦਰੁਸਤ ਬੰਦਾ ਕੋਲੋਂ ਉਹ ਪਰਮਾਤਮਾ ਕੋਲ ਚਲ ਜਾਂਦਾ। ਇਹ ਗੱਲਾਂ ਵੀ ਹੋ ਜਾਂਦੀਆਂ ਨੇ। ਲੇਕਿਨ ਕਹਿਣ ਲੱਗੇ ਕਿ ਵਾਹਿਗੁਰੂ ਮੇਰੇ ਤੇ ਇੱਕ ਕਿਰਪਾ ਕਰ, ਮੈਨੂੰ ਇੱਕ ਦਾਤ ਬਖਸ਼ ਦੇ। ਜਿੰਨੇ ਕੁ ਵੀ ਸਵਾਸ ਦਿੱਤੇ ਨੇ, ਉਹ ਕਿਹੜੀ ਦਾਤ ਮੰਗੀ ਹੈ? ਇਸ ਸ਼ਬਦ ਦਾ ਅਖੀਰਲਾ ਜਿਹੜੀ ਲਾਈਨ ਪੰਕਤੀ ਹੈ, ਕਹਿਣ ਲੱਗੇ ਨਾਮ ਤੇਰਾ ਜਪੀ ਦਿਨ ਰਾਤ। ਵਾਹਿਗੁਰੂ ਮੇਰੇ ਤੇ ਇੰਨੀ ਕੁ ਕਿਰਪਾ ਕਰ ਦੇ ਕਿ ਭਾਵੇਂ ਦਿਨ ਹੋਵੇ, ਭਾਵੇਂ ਰਾਤ ਹੋਵੇ, ਕੋਈ ਵੀ ਵੇਲਾ ਹੋਵੇ, ਕੋਈ ਵੀ ਸਮਾਂ ਹੋਵੇ, ਕੋਈ ਵੀ ਜਗ੍ਹਾ ਹੋਵੇ, ਮੈਂ ਤੇਰਾ ਨਾਮ ਜਪਦਾ ਰਵਾਂ, ਤੇਰਾ ਨਾਮ ਮੈਨੂੰ ਚੇਤੇ ਰਵੇ। ਵਾਹਿਗੁਰੂ ਨਾਮ ਸਿਮਰਨ ਮੇਰੇ ਮੁਖ ਦੇ ਵਿੱਚ ਰਵੇ। ਇਹ ਮੇਰੇ ਤੇ ਕਿਰਪਾ ਕਰ ਦੇ।